ਕੀ ਕਹੋਗੇ ਕਿ ਗੱਲ ਨਾਰਿਆਂ ਨਾਲ ਬਣਨੀ ਹੈ, ਗਾਣਿਆਂ ਨਾਲ ਨਹੀਂ? ਦੇਖੋ ਭਾਜੀ, ਤੁਹਾਨੂੰ ਪਤਾ ਹੀ ਆ ਜੀ, ਇੱਕ ਤਾਂ ਉੱਤੋਂ ਹੀ ਸ਼ਹੀਦੀ ਦਿਨ ਚੱਲ ਰਹੇ ਆ ਜੀ ਆਪਣੇ ਜੀ, ਠੀਕ ਆ ਜੀ। ਤੇ ਉੱਤੋਂ ਆਪਾਂ ਉਰੇ ਵੀਰ ਜੀ ਆਪਣੇ ਵਜੂਦ ਦੀ ਲੜਾਈ ਲੜਨ ਆਏ ਆ, ਠੀਕ ਆ ਜੀ। ਜੇਕਰ ਆਪਾਂ ਐਵੇਂ ਆਪਣੇ ਟਰੈਕਟਰਾਂ ਉੱਤੇ ਗਾਣੇ ਲਾ ਕੇ ਲੰਘਾਂਗੇ ਜੀ, ਉਹਦਾ ਤਾਂ ਕੋਈ ਹੱਲ ਨਹੀਂ ਹੋਣਾ ਗਾਣਿਆਂ ਨਾਲ ਜੀ। ਇਹਦੇ ਲਈ ਆਪਾਂ ਨੂੰ ਧਰਨੇ ਉੱਤੇ ਬਹਿਣੇ ਪੈਣਾ ਜੀ, ਇਕਜੁੱਟ ਹੋ ਕੇ। ਜੇਕਰ ਆਪਾਂ ਸਾਰੇ ਦੂਜਿਆਂ ਨੂੰ ਵੀ ਕਵਾਂਗੇ ਵੀ ਹਾਂਜੀ ਆਓ ਉਰੇ ਇਕਜੁੱਟ ਰਹੋ, ਵੀ ਬੈਠੋ ਆਪਣੇ ਬਜ਼ੁਰਗਾਂ ਦੀ ਗੱਲ ਸੁਣੋ ਤੇ ਸਿਆਣਪ ਨਾਲ ਚੱਲੋ, ਤਾਂ ਹੀ ਕੋਈ ਹੱਲ ਨਿਕਲੂਗਾ ਵੀਰ ਜੀ। ਤੇ ਐਵੇਂ ਗਾਣੇ ਚਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਜੀ। ਤੁਸੀਂ ਵੀ ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ, ਇਹ ਬੈਨਰ ਕਿੱਦਾਂ ਜ਼ਿਹਨ ਦੇ ਵਿੱਚ ਆਇਆ ਤੇ ਕਿਉਂ ਲਿਖਿਆ? ਕਿਉਂਕਿ ਗੋਦੀ ਮੀਡੀਆ ਨੇ ਬੜੀਆਂ ਨਿਊਜ਼ ਫਲੈਸ਼ ਕੀਤੀਆਂ ਸੀ, ਤਾਂ ਕਰਕੇ ਜਿਹੜੇ ਦਿਖਾਉਂਦੇ ਸੀ ਕਿ 3 ਫੁੱਟੀ ਮੁੰਡੇ ਨੇ ਹੱਥ 'ਚ ਸਰਦਾਰ ਨੇ ਫੜੀ ਆ ਤੇ ਅੱਤਵਾਦੀ ਆ ਗਿਆ। ਹਾਂਜੀ ਹਾਂਜੀ, ਇਹ ਦਿਖਾ ਰਹੇ ਸੀ ਗੋਦੀ ਮੀਡੀਆ ਕਿ ਹਰ ਕਿਸੇ ਨੂੰ ਅੱਤਵਾਦੀ ਕਹਿ ਰਹੇ ਸੀ। ਇਸ ਤਾਂ ਕਰਕੇ ਲੈ ਕੇ ਆ ਕਿ ਇਹ ਅੱਤਵਾਦੀ ਨਹੀਂ ਹੈਗੇ, ਜਿੰਨੇ ਵੀ ਨੇ ਸਾਰੇ ਹੱਕ ਆਪਦਾ ਲੈਣ ਵਾਸਤੇ ਖੜੇ ਨੇ। ਕਿ ਜੇਕਰ ਆਪਣੇ ਹੱਕ ਮੰਗਣੇ ਅੱਤਵਾਦ ਹੈ ਨਾ, ਤਾਂ ਸਭ ਤੋਂ ਵੱਡਾ ਅੱਤਵਾਦੀ ਤਾਂ ਫਿਰ ਮੈਂ ਹੀ ਆ। ਵੈਲ, ਕੁੰਡਲੀ ਮੋਰਚੇ ਦੇ ਤੁਹਾਨੂੰ ਅਸੀਂ ਲਗਾਤਾਰ ਅਪਡੇਟ ਦਿਖਾ ਰਹੇ ਹਾਂ, ਦਰਸ਼ਨ ਕਰਵਾ ਰਹੇ ਹਾਂ। ਤੇ ਆਹ ਕੁਝ ਨੌਜਵਾਨ ਕੁਝ ਬੈਨਰ ਲੈ ਕੇ ਬੈਠੇ ਹੋਏ ਨੇ, ਇਹਦਾ ਮੰਤਵ ਵੀ ਪੁੱਛਦੇ ਹਾਂ ਤੇ ਜਾਣਦੇ ਹਾਂ। ਕੀ ਕਹੋਗੇ ਕਿ ਗੱਲ ਨਾਰਿਆਂ ਨਾਲ ਬਣਨੀ ਹੈ, ਗਾਣਿਆਂ ਨਾਲ ਨਹੀਂ? ਦੇਖੋ ਭਾਜੀ, ਤੁਹਾਨੂੰ ਪਤਾ ਹੀ ਆ ਜੀ, ਇੱਕ ਤਾਂ ਉੱਤੋਂ ਹੀ ਸ਼ਹੀਦੀ ਦਿਨ ਚੱਲ ਰਹੇ ਆ ਜੀ ਆਪਣੇ ਜੀ, ਠੀਕ ਆ ਜੀ। ਤੇ ਉੱਤੋਂ ਆਪਾਂ ਉਰੇ ਵੀਰ ਜੀ ਆਪਣੇ ਵਜੂਦ ਦੀ ਲੜਾਈ ਲੜਨ ਆਏ ਆ, ਠੀਕ ਆ ਜੀ। ਜੇਕਰ ਆਪਾਂ ਐਵੇਂ ਆਪਣੇ ਟਰੈਕਟਰਾਂ ਉੱਤੇ ਗਾਣੇ ਲਾ ਕੇ ਲੰਘਾਂਗੇ ਜੀ, ਉਹਦਾ ਤਾਂ ਕੋਈ ਹੱਲ ਨਹੀਂ ਹੋਣਾ ਗਾਣਿਆਂ ਨਾਲ ਜੀ। ਇਹਦੇ ਲਈ ਆਪਾਂ ਨੂੰ ਧਰਨੇ ਉੱਤੇ ਬਹਿਣੇ ਪੈਣਾ ਜੀ, ਇਕਜੁੱਟ ਹੋ ਕੇ। ਜੇਕਰ ਆਪਾਂ ਸਾਰੇ ਦੂਜਿਆਂ ਨੂੰ ਵੀ ਕਵਾਂਗੇ ਵੀ ਹਾਂਜੀ ਆਓ ਉਰੇ ਇਕਜੁੱਟ ਰਹੋ, ਵੀ ਬੈਠੋ ਆਪਣੇ ਬਜ਼ੁਰਗਾਂ ਦੀ ਗੱਲ ਸੁਣੋ ਤੇ ਸਿਆਣਪ ਨਾਲ ਚੱਲੋ, ਤਾਂ ਹੀ ਕੋਈ ਹੱਲ ਨਿਕਲੂਗਾ ਵੀਰ ਜੀ। ਤੇ ਐਵੇਂ ਗਾਣੇ ਚਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਜੀ, ਬਸ ਇਹੀ ਕਹਿ ਸਕਦੇ ਹਾਂ ਜੀ। ਮਤਲਬ ਨੌਜਵਾਨਾਂ ਦਾ ਇਹੀ ਕਹਿਣਾ ਹੈ, ਕਿਉਂਕਿ ਇਹ ਪਹਿਲਾਂ ਵੀ ਅਸੀਂ ਬੇਨਤੀਆਂ ਕਰਦੇ ਆਏ ਹਾਂ ਵੀ ਅਗਰ ਅਸੀਂ ਮੋਰਚੇ ਉੱਤੇ ਪਹੁੰਚਿਆ ਤਾਂ ਟਰੈਕਟਰਾਂ ਉੱਤੇ ਉੱਚੀ ਉੱਚੀ ਆਵਾਜ਼ ਦੇ ਵਿੱਚ ਗਾਣੇ ਲਾ ਕੇ ਅਸੀਂ ਭੰਗੜੇ ਨਾ ਪਾਈਏ। ਕਿ ਬਹੁਤ ਸਾਰੇ ਬੱਚੇ ਅਜਿਹੇ ਨੇ ਜੋ ਕਰਦੇ ਨੇ, ਬਹੁਤਾਤ ਗਿਣਤੀ ਉਹਨਾਂ ਨੌਜਵਾਨਾਂ ਦੀ, ਸੂਝਵਾਨ ਨੌਜਵਾਨਾਂ ਦੇ ਵੀ ਹੈ, ਜੋ ਬਿਨਾਂ ਸ਼ਾਂਤੀ ਭੰਗ ਕੀਤਿਆਂ ਬਹੁਤ ਚੰਗੀ ਤਰ੍ਹਾਂ ਨਾਲ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਪਰ ਹਾਂ, ਦੂਸਰੇ ਪਾਸੇ ਸਾਨੂੰ ਇਹ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਹ ਉਹ ਸਮਾਂ ਚੱਲ ਰਿਹਾ ਹੈ ਜਦੋਂ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਠੰਡੀਆਂ ਰਾਤਾਂ ਬਿਤਾਇਆ ਕਰਦੇ ਸਨ। ਤੇ ਅੱਜ ਇਹ ਉਸੇ ਕੌਮ ਦੇ ਵਾਰਸ ਨੇ ਜੋ ਇਸ ਮੋਰਚੇ ਨੂੰ ਠੰਡਾ ਬੁਰਜ ਸਮਝ ਕੇ ਰਾਤਾਂ ਸੜਕ ਉੱਤੇ ਬਿਤਾ ਰਹੇ ਨੇ। ਤੇ ਜਿਹੜੇ ਅਜੇ ਵੀ ਘਰੇ ਬੈਠੇ ਹੋਏ ਇਹ ਤੱਕ ਰਹੇ ਨੇ ਕਿ ਅਸੀਂ ਜਾਈਏ ਕਿ ਨਾ ਜਾਈਏ, ਉਹਨਾਂ ਨੂੰ ਇਹੀ ਬੇਨਤੀ ਕਰਾਂਗਾ, ਚਾਹੇ ਤੁਸੀਂ ਫਤਿਹਗੜ੍ਹ ਸਾਹਿਬ ਜਾ ਕੇ ਹਾਜ਼ਰੀ ਭਰ ਲਿਓ ਤੇ ਚਾਹੇ ਇੱਥੇ ਆ ਕੇ ਹਾਜ਼ਰੀ ਭਰ ਲਿਓ, ਹਾਜ਼ਰੀ ਤੁਹਾਡੀ ਉਸ ਦਰ ਤੇ ਕਬੂਲ ਹੋ ਜਾਣੀ ਹੈ। ਜੇਕਰ ਤੁਸੀਂ ਘਰਾਂ 'ਚ ਬੈਠੇ ਰਹੇ ਤਾਂ ਆਉਣ ਵਾਲੀਆਂ ਤੁਹਾਡੀਆਂ ਆਪਣੀਆਂ ਪੀੜ੍ਹੀਆਂ, ਆਪਣੀਆਂ ਪਨੀਰੀਆਂ ਨੇ ਲਾਹਣਤਾਂ ਪਾਣੀਆਂ ਨੇ ਤੁਹਾਨੂੰ ਕਿ ਜਦੋਂ ਦਿੱਲੀ ਦੀ ਹਿੱਕ ਤੇ ਮੋਰਚਾ ਲੱਗਿਆ ਸੀ ਉਦੋਂ ਤੁਸੀਂ ਕਿਉਂ ਨਹੀਂ ਉੱਤੇ ਹਾਜ਼ਰੀਆਂ ਭਰ ਕੇ ਆਏ। ਹੋਰ ਬੇਟਾ, ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ, ਇਹੀ ਕਹਿਣਾ ਚਾਹੁੰਦੇ ਜੀ, ਅਸੀਂ ਵੱਧ ਤੋਂ ਵੱਧ ਉਰੇ ਆਓ, ਸਹਿਯੋਗ ਦਿਓ ਧਰਨੇ ਤੇ ਆ ਕੇ। ਤੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ, ਕੋਈ ਸੁਨੇਹਾ? ਸਰਕਾਰ ਨੂੰ ਇਹੀ ਸੁਨੇਹਾ ਜੀ, ਜਲਦ ਤੋਂ ਜਲਦ ਬਿੱਲ ਰੱਦ ਕੀਤੇ ਜਾਣ। ਬਿੱਲ ਰੱਦ ਕੀਤੇ ਜਾਣ। ਜੇ ਸਰਕਾਰ ਬਾਈ ਚਾਂਸ ਬਿੱਲ ਰੱਦ ਨਹੀਂ ਕਰਦੀ ਫਿਰ ਕਦੋਂ ਤੱਕ ਦਾ ਪਲਾਨ ਹੈ? ਦੇਖੋ ਜੀ, ਚਾਹੇ ਤਾਂ ਉਹ ਸਾਲ ਨਾ ਕਰੇ, ਅਸੀਂ ਬੈਠਣਾ ਤਾਂ ਹੋ ਰਹੀ ਆ, ਕਿਉਂਕਿ ਰਾਸ਼ਨ ਪਾਣੀ ਪੂਰਾ ਲੈ ਕੇ ਆਏ ਹੋਏ ਆ ਤੇ ਰੱਦ ਉਹਨੂੰ ਕਰਨੀ ਪੈਣੀ, ਕਿਉਂਕਿ ਜਵਾਬ ਤਾਂ ਉਹਨੂੰ ਕੁਛ ਨਾ ਕੁਛ ਦੇਣੀ ਪੈਣਾ ਆ। ਤੇ ਜਵਾਬ ਦਿੱਤੇ ਬਿਨਾ ਕੋਈ ਹੱਲ ਹੋਣਾ ਨਹੀਂ। ਤੇ ਇਹ ਤਾਂ ਹੈ ਨਹੀਂ ਜੀ ਇੱਕ ਬੰਦੇ ਦਾ ਇਹ ਉਹ ਆ ਵੀ ਬਿੱਲ ਰੱਦ ਕਰੋ ਜਾਂ 2 ਦਾ। ਇਹ ਸਾਰੇ ਹੁਣ ਜਿੰਨੇ ਵੀ ਕਿਸਾਨ ਆ ਆਲ ਇੰਡੀਆ ਦੇ ਸਾਰੇ ਕਹਿ ਰਹੇ ਆ ਕਿ ਇਸ ਨੂੰ ਰੱਦ ਕਰੋ। ਇੱਕ ਬੰਦਾ ਹੁਣ ਆਪਣੀ ਤਾਂ ਚਲਾ ਨਹੀਂ ਸਕਦਾ ਜੀ ਉਹਨੂੰ, ਕਿਉਂਕਿ ਇਹ ਲੋਕਤੰਤਰ ਆ ਜੀ, ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਆ। ਕੋਈ ਤਾਨਾਸ਼ਾਹ ਤਾਂ ਹੈ ਨਹੀਂ ਵੀ ਆਪਾਂ ਉਹਦੀ ਗੱਲ ਮੰਨੀਏ, ਜੋ ਲੋਕ ਕਹਿਣਗੇ ਉਹੀ ਗੱਲ ਹੋਣੀ ਹੈ ਜੀ। ਸਰਕਾਰ ਨੂੰ ਹਾਰਨੀ ਪੈਣਾ ਜੀ, ਬਿੱਲ ਰੱਦ ਕਰਨੀ ਪੈਣੇ ਆ। ਬਿੱਲ ਰੱਦ ਕਰਨਾ ਹੀ ਪੈਣਾ। ਉਹ ਗੱਲ ਹੋ ਰਿਹਾ ਵੀ ਲੋਕਤੰਤਰ ਨੂੰ ਇਹਨਾਂ ਨੇ ਹੁਣ ਆਪਣਾ ਖੁਦ ਮੁਖਤਿਆਰੀ ਵਾਲਾ ਖੁਦ ਤੰਤਰ ਬਣਾ ਲਿਆ ਆ। ਕੇਂਦਰ ਸਰਕਾਰ ਨੂੰ ਇਹ ਜਾਪਦਾ ਹੈ ਵੀ ਅਗਰ ਮੋਦੀ ਦੇ ਕੋਲ ਬਹੁਮਤ ਹੈ ਤਾਂ ਉਹ ਕੁਝ ਵੀ ਕਰ ਸਕਦੇ ਨੇ, ਪਰ ਉਹ ਸ਼ਾਇਦ ਇਹ ਭੁੱਲ ਗਏ ਕਿ ਇਹ ਬਹੁਮਤ ਦੇਣ ਵਾਲੀ ਵੀ ਆ ਆਵਾਮ ਹੈ ਜੋ ਸਾਰੇ ਪਾਸੇ ਖੜੀ ਹੈ। ਤੇ ਹੁਣ ਜਦ ਦਿੱਲੀ ਨੂੰ ਚਾਰੋਂ ਪਾਸੇ ਇਸ ਆਵਾਮ ਨੇ ਘੇਰਾ ਪਾ ਲਿਆ ਹੈ, ਗੋਡਿਆਂ ਭਰ ਆ ਕੇ ਲੰਮੀ ਪੈ ਗਈ ਹੈ ਦਿੱਲੀ, ਪਰ ਅਜੇ ਤੱਕ ਈਣ ਮੰਨਣ ਨੂੰ ਤਿਆਰ ਨਹੀਂ, ਹਾਰ ਮੰਨਣ ਨੂੰ ਤਿਆਰ ਨਹੀਂ। ਅਸੀਂ ਨੱਕ ਤੋਂ ਲਕੀਰਾਂ ਕਢਾ ਕੇ ਜਾਵਾਂਗੇ, ਆਪਣੀਆਂ ਮੰਗਾਂ ਵੀ ਮਨਵਾ ਕੇ ਜਾਵਾਂਗੇ, ਹੱਕ ਲੈ ਕੇ ਵੀ ਜਾਵਾਂਗੇ। ਉਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਪਿਆਰ ਨਾਲ ਮੰਨਣਾ ਆ ਜਾਂ ਜੁੱਤੀਆਂ ਖਾ ਕੇ ਮੰਨਣਾ ਆ। ਉਹ ਆਉਣ ਵਾਲਾ ਵਕਤ ਦੱਸੂਗਾ। ਮੋਰਚੇ ਦੀਆਂ ਹੋਰ ਕਿਸੇ ਨੇ ਕੋਈ ਆਪਣੀ ਕੋਈ ਗੱਲ ਕਹਿਣੀ ਹੈ ਤੁਹਾਡੇ ਵਿੱਚੋਂ? ਕੋਈ ਕੁਝ ਕਹਿਣਾ ਚਾਹੁੰਦਾ ਹੈ ਮੋਦੀ ਸਰਕਾਰ ਨੂੰ, ਕੋਈ ਜਵਾਬ ਦੇਣਾ ਚਾਹੁੰਦਾ ਹੈ, ਕੋਈ ਮੈਸੇਜ ਦੇਣਾ ਚਾਹੁੰਦਾ ਹੈ? ਤੁਸੀਂ ਰਵਿੰਦਰ ਜੀ? ਹਾਂਜੀ, ਅਸੀਂ ਪਟਿਆਲੇ ਤੋਂ ਜੀ ਅੱਜ ਖਾਲਸਾ ਪ੍ਰਚਾਰ ਮਿਸ਼ਨ ਦੀ ਟੀਮ ਦੇ ਨਾਲ ਇੱਥੇ ਪਹੁੰਚੇ ਹਾਂ ਜੀ, ਔਰ ਦੇਖ ਰਹੇ ਹਾਂ ਸੰਗਤਾਂ ਦਾ ਜਿਹੜਾ ਜੋਸ਼, ਸੰਗਤਾਂ ਦੇ ਜਿਹੜੇ ਹੌਸਲੇ ਅੱਜ ਦੇਖ ਰਹੇ ਹਾਂ, ਨੌਜਵਾਨਾਂ ਦੇ, ਸਾਡੇ ਬਜ਼ੁਰਗਾਂ ਦੇ ਹੌਸਲੇ ਜਿਹੜੇ ਦੇਖ ਰਹੇ ਹਾਂ, ਦਿਲ ਅੰਦਰੋਂ ਗਦਗਦ ਕਰ ਗਿਆ ਵੀ ਅੱਜ ਵੀ ਉਹ ਦਸਮ ਪਾਤਸ਼ਾਹ ਜੀ ਦਾ ਜਿਹੜਾ ਦਿੱਤਾ ਹੋਇਆ ਸਾਡਾ ਚੜ੍ਹਦੀ ਕਲਾ ਦਾ ਮਾਰਗ, ਜਿਹੜਾ ਹੌਸਲਾ
ਜੋ ਗੁਰੂ ਸਾਹਿਬ ਨੇ ਆਪਣੇ ਬੱਚੇ ਸ਼ਹੀਦ ਕਰਾ ਕੇ ਸਾਨੂੰ ਦਿੱਤਾ ਸੀ, ਉਹ ਅੱਜ ਵੀ ਕਿਤੇ ਨਾ ਕਿਤੇ ਕਾਇਮ ਹੈ। ਸੋ ਮੈਂ ਇਹੀ ਕਹਿਣਾ ਚਾਹਾਂਗਾ ਭਾਈ, ਜਿਹੜੇ ਅਜੇ ਤੱਕ ਨਹੀਂ ਇੱਥੇ ਪਹੁੰਚੇ, ਜ਼ਰੂਰ ਆਪਣੇ ਪਰਿਵਾਰਾਂ ਸਮੇਤ ਇੱਥੇ ਪਹੁੰਚੋ, ਇਸ ਮੋਰਚੇ ਦੇ ਵਿੱਚ ਹਾਜ਼ਰੀ ਲਵਾਓ, ਤਾਂ ਕਿ ਸਰਕਾਰ ਨੂੰ ਈਨ ਮਨਾ ਕੇ ਹੀ ਆਪਾਂ ਛੱਡੀਏ ਸਾਰੇ। ਜਦੋਂ ਸਾਰੇ ਇਕਜੁੱਟ ਹੋ ਜਾਣਗੇ ਤਾਂ ਹੀ ਸਰਕਾਰਾਂ ਨੇ ਈਨ ਮੰਨਣੀ ਹੈ, ਉਸ ਤੋਂ ਪਹਿਲਾਂ ਨਹੀਂ। ਸੋ ਬਾਕੀ ਨਕਲੀ ਧੜੇ ਨੇ ਜਿਹੜੇ ਵਿੱਚ ਬਣਾ ਕੇ ਸਰਕਾਰਾਂ ਵੱਲੋਂ ਛੱਡੇ ਜਾ ਰਹੇ ਨੇ ਵੀ ਕਿਸਾਨ ਤਾਂ ਬੜੇ ਖੁਸ਼ ਨੇ ਜੀ, ਕਿਸਾਨ ਤਾਂ ਬੜਾ ਸਮਰਥਨ ਦੇ ਰਹੇ ਨੇ। ਜਾਗਰੂਕ ਕਿਸਾਨ ਹੈ ਜਿਹੜਾ ਇਹਨਾਂ ਅਨਭੋਲ ਕਿਸਾਨਾਂ ਨੂੰ ਕਹਿੰਦਾ ਜਵਾਬ ਦਊਗਾ। ਪਰਸੋਂ ਦਾ ਬਿਆਨ ਸੀ ਮੋਦੀ ਦਾ, ਤੇ ਮੈਂ ਉਹਨੂੰ ਪੁੱਛਿਆ ਵੀ ਜਾਗਰੂਕ ਕਿਸਾਨ ਕਿੱਥੇ, ਮੰਗਲ ਗ੍ਰਹਿ ਤੇ ਰਹਿੰਦਾ ਕੋਈ? ਸਾਰੇ ਭਾਰਤ ਦਾ ਕਿਸਾਨ ਤਾਂ ਇੱਥੇ ਦਿੱਲੀ ਦੀ ਹਿੱਕ ਤੇ ਆ ਕੇ ਬੈਠਾ ਹੈ। ਕਿਹੜਾ ਜਾਗਰੂਕ ਕਿਸਾਨ ਹੈ ਜਿਹੜਾ ਤੈਨੂੰ ਹਾਰ ਪਾ ਰਿਹਾ, ਜਿਹੜਾ ਤੈਨੂੰ ਸ਼ਾਬਾਸ਼ੀ ਦੇ ਰਿਹਾ? ਮੈਨੂੰ ਤਾਂ ਮੋਦੀ ਦੀ ਆਹ ਹੀ ਨਹੀਂ ਸਮਝ ਆਉਂਦੀ। ਸੋ ਨਿਰਾ ਝੂਠ ਤੇ ਝੂਠ ਬੋਲੀ ਜਾ ਰਹੀਆਂ ਨੇ ਸਰਕਾਰਾਂ, ਕੇਵਲ ਤੇ ਕੇਵਲ ਆਪਣੀ ਜਿੱਦ ਦੇ ਉੱਤੇ ਅੜੀਆਂ ਨੇ। ਪਰ ਗੁਰੂ ਪਿਆਰਿਓ, ਜਦੋਂ ਆਪਾਂ ਸਾਰੇ ਇੱਕ ਹੋ ਗਏ, ਸਾਰੇ ਰਲ ਕੇ ਖੜ ਗਏ, ਫਿਰ ਇਹਨੂੰ ਈਨ ਮੰਨਣੀ ਹੀ ਪਏਗੀ ਇੱਕ ਨਾ ਇੱਕ ਦਿਨ। ਕਿੰਨੀ ਦੇਰ ਤਾਨਾਸ਼ਾਹੀ ਕਰ ਲੇਗਾ? ਸੋ ਇਹਨਾਂ ਬਜ਼ੁਰਗਾਂ ਦੇ, ਇਹਨਾਂ ਨੌਜਵਾਨ ਵੀਰਾਂ ਦੇ, ਇਹਨਾਂ ਬੱਚਿਆਂ ਦੇ ਹੌਸਲੇ ਅੱਜ ਦੇਖ ਕੇ ਅੰਦਰੋਂ ਖੁਸ਼ੀ ਵੀ ਮਿਲਦੀ ਹੈ ਕਿ ਹੁਣ ਜਾਗ ਚੁੱਕੇ ਹਾਂ ਅਸੀਂ ਆਪਣੇ ਹੱਕ ਲੈਣ ਦੇ ਲਈ। ਸੋ ਇਹੀ ਮੈਂ ਕਹਿਣਾ ਚਾਹਾਂਗਾ ਜੀ, ਸਾਰੇ ਆਪਾਂ ਇਕਜੁੱਟ ਹੋ ਕੇ ਇੱਥੇ ਹਾਜ਼ਰ ਹੋਈਏ ਤੇ ਸਰਕਾਰ ਦੀ ਨੱਕ ਦੇ ਵਿੱਚ ਪੂਰੀ ਤਰ੍ਹਾਂ ਹੋਰ ਦਮ ਕਰ ਦਈਏ, ਤਾਂ ਕਿ ਜਲਦੀ ਤੋਂ ਜਲਦੀ ਈਨ ਮੰਨ ਸਕੇ। ਲਓ ਜੀ, ਹੋਰ ਅਪਡੇਟਸ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਹਾਂਗੇ। ਮੈਂ ਬਜ਼ੁਰਗਾਂ ਨੂੰ ਕਹੂੰਗਾ, ਬਜ਼ੁਰਗੋ ਸੜਕ ਥੋੜੀ ਜਿਹੀ ਛੱਡ ਦਿਓ, ਤੁਸੀਂ ਇੱਧਰਲੇ ਪਾਸੇ ਆ ਜਾਓ, ਗੱਡੀਆਂ ਲਗਾਤਾਰ ਉੱਧਰੋਂ ਲੰਘ ਰਹੀਆਂ ਨੇ। ਤੇ ਹੋਰ ਅਪਡੇਟਸ ਜਿਹੜੀਆਂ ਹੈਗੀਆਂ ਨੇ ਉਹ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਅਸੀਂ ਇਸ ਵੇਲੇ ਬਾਰਡਰ ਤੇ ਅਤੇ ਸਿੰਘੂ ਬਾਰਡਰ ਤੱਕ ਅਸੀਂ ਜਾਣਾ ਹੈ। ਸਿੰਘੂ ਬਾਰਡਰ ਤੱਕ ਦੀ ਅਪਡੇਟ ਤੁਹਾਨੂੰ ਅਸੀਂ ਜ਼ਰੂਰ ਪਹੁੰਚਾਵਾਂਗੇ। ਕੋਂਡਲੀ ਮੋਰਚੇ ਦਾ ਨਜ਼ਾਰਾ ਤੁਹਾਨੂੰ ਅਸੀਂ ਵਿਖਾ ਰਹੇ ਹਾਂ। ਤੁਸੀਂ ਜਿੱਥੇ ਤੱਕ ਨਜ਼ਰ ਮਾਰੋਗੇ ਤੁਹਾਨੂੰ ਸੰਗਤ ਨਜ਼ਰ ਆਏਗੀ। ਮੈਂ ਇਹੀ ਬੇਨਤੀ ਕਰਾਂਗਾ, ਜਿਹੜੇ ਅਜੇ ਵੀ ਘਰਾਂ ਦੇ ਵਿੱਚ ਬੈਠੇ ਹੋਏ ਹੋ ਨਾ, ਉਹ ਬੈਠੇ ਨਾ ਰਹੋ। ਜੋ ਕਨਵੈਂਸ ਮਿਲਦਾ ਹੈ ਨਿਕਲੋ ਤੇ ਪਹੁੰਚੋ, ਕਿਉਂਕਿ ਇਹ ਇਤਿਹਾਸ ਹੈ ਤੇ ਇਸ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਾਉਣਾ ਬਹੁਤ ਜ਼ਰੂਰੀ ਹੈ। ਲੰਗਰ ਗੁਰੂ ਦਾ ਅਟੁੱਟ ਵਰਤਾਇਆ ਜਾ ਰਿਹਾ ਹੈ, ਭਾਂਤ ਭਾਂਤ ਦਾ ਲੰਗਰ ਵਰਤਾਇਆ ਜਾ ਰਿਹਾ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਕੀ ਕਹੋਗੇ ਬਾਪੂ ਜੀ? ਮੈਂ ਇਹ ਕਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਇਹ ਹੈ ਕਿ ਜੀ ਇਹ ਮੋਦੀ ਸਰਕਾਰ ਨੂੰ, ਜਿਹੜਾ ਕਿ ਇਹ ਜੋ ਸੰਘਰਸ਼, ਜਿਹੜਾ ਅੰਦੋਲਨ ਇਹ ਸ਼ੁਰੂ ਹੋਇਆ ਹੈ, ਇਹ ਸੈਂਟਰ ਗਵਰਨਮੈਂਟ ਨੇ, ਮੋਦੀ ਸਰਕਾਰ ਨੇ ਜਿੱਦ ਫੜੀ ਹੈ। ਇਹ ਜਿੱਦ ਫੜੀ, ਇਹਨਾਂ ਨੂੰ ਖਾਨੀ ਕੀ ਇਹ ਗਾਈਡੈਂਸ ਕੌਣ ਕਰ ਰਿਹਾ, ਕੀ ਇੰਨੀ ਗਲਤ ਸੋਚ ਕਿ ਜਿਹੜਾ ਸਾਡੇ ਪੰਜਾਬ ਅੱਜ ਇੱਥੇ ਬੈਠਾ ਇਸ ਅੰਦੋਲਨ ਦੇ ਉੱਤੇ 50 ਦਿਨ ਦਾ ਜਿਹੜਾ ਸੰਘਰਸ਼ ਸੀ ਇਹ ਪੰਜਾਬ ਦੇ ਵਿੱਚ ਚੱਲਿਆ। 50 ਦਿਨ ਤੋਂ ਬਾਅਦ ਇਹ ਦਿੱਲੀ 'ਚ ਆਇਆ। ਇਹ ਗੱਲ ਕਹਿਣੀ ਚਾਹੁੰਦੇ ਆ ਵੀ ਕਦੇ ਵੀ ਜੇ ਪੁਰਾਣਾ ਇਤਿਹਾਸ ਸਰਕਾਰ ਚੱਕੇ, ਪੰਜਾਬ ਵਾਸਤੇ ਸਾਡੀ ਕੀ ਦੇਸ਼ ਵਾਸਤੇ ਸਾਡੀ ਕੀ ਦੇਣ ਹੈ, ਪੰਜਾਬ ਦੀ ਕਿੰਨੀਆਂ ਜੰਗਾਂ ਲੱਗੀਆਂ, ਉਹ ਜੰਗਾਂ 'ਚ ਕੀ ਦੇਣਾ, ਜਿੰਨਾ ਦੇਸ਼ ਨੂੰ ਅਨਾਜ ਦੇਣ ਦੇ ਭੁੱਖਮਰੀ ਦੇ ਵਿੱਚ ਦੇਸ਼ ਕੋਲੇ ਕੋਈ ਅਨਾਜ ਨਹੀਂ ਹੁੰਦਾ ਸੀ, ਜ਼ਿਆਦਾ ਪੰਜਾਬ ਦੀ ਕੀ ਕੁਰਬਾਨੀ ਹੈ। ਇਹ ਗੱਲ ਅਸੀਂ ਕਹਿਣੀ ਚਾਹੁੰਦੇ ਹਾਂ ਵੀ ਇਹ ਜਿਹੜਾ ਪੰਜਾਬ ਸਟੇਟ ਹੈ 65% ਖੇਤੀ 'ਤੇ ਨਿਰਭਰ ਸਟੇਟ ਹੈ। ਇਹ 'ਚ ਮਜ਼ਦੂਰ ਔਰ ਕਿਸਾਨ 65% ਖੇਤੀ 'ਤੇ ਨਿਰਭਰ ਲੋਕ ਨੇ। ਇਹ ਕਹਿੰਦੇ ਨੇ ਵੀ ਇਹ ਮਜਬੂਰ ਕਰਕੇ ਸਾਨੂੰ ਇਹ ਕੋਆਪਰੇਟ ਮਾਡਲ ਦੇ ਪੇਟੇ ਪਾ ਰਹੀ ਹੈ ਸਰਕਾਰ। ਪਰ ਇੱਕ ਇਹ ਗੱਲ ਕਹਿਣੀ ਚਾਹੁੰਦੇ ਹਾਂ, ਇਹ ਹੋਰ ਲੋਕ ਹੋਣਗੇ ਜਿਹੜੇ ਇੰਨੀ ਮਜਬੂਰੀ ਦੇ ਵਿੱਚ, ਇੰਨੀ ਗੁਲਾਮੀ ਦੇ ਵਿੱਚ ਇਹ ਕੋਆਪਰੇਟ ਮਾਡਲ ਦੇ ਥੱਲੇ ਚੱਲਣਗੇ। ਇਹ ਹੱਕ ਸੱਚ ਦੀ ਕਮਾਈ ਕਰਕੇ ਖਾਣ ਵਾਲੇ ਲੋਕ ਨੇ, ਕਿਸਾਨ ਨੇ, ਇਹਨੂੰ ਸਮਝ ਲੈਣਾ ਚਾਹੀਦਾ। ਇਹ ਗੁਲਾਮੀ ਨਹੀਂ ਚੱਲਣਗੇ, ਨਾ ਅੱਜ ਤੱਕ ਚੱਲੀ ਹੈ। ਦੇਸ਼ ਦੀਆਂ ਗੁਲਾਮੀ ਦੀਆਂ ਜੰਜੀਰਾਂ ਜੇ ਤੋੜੀਆਂ ਨੇ ਤਾਂ ਇੱਕ ਬਹੁਤ ਵੱਡਾ ਯੋਗਦਾਨ ਹੈ। ਜਦੋਂ ਲਾਲ ਬਹਾਦਰ ਸ਼ਾਸਤਰੀ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਣ ਗਿਆ ਸੀ, ਉਸ ਪ੍ਰਧਾਨ ਮੰਤਰੀ ਨੇ ਜਦੋਂ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ, ਉਹ ਇਹ ਦਿੱਤਾ ਸੀ ਆ ਕੇ ਜਦੋਂ ਬਾਹਰੋਂ ਅਨਾਜ ਨਾ ਮਿਲਿਆ, ਕਹਿੰਦਾ ਉਹ ਮੇਰੇ ਦੇਸ਼ ਦੇ ਲੋਕੋ, ਕਹਿੰਦਾ ਮੰਗਣ ਨਾ ਜਾਓ, ਇੱਕ ਡੰਗ ਦੀ ਰੋਟੀ ਛੱਡ ਦਿਓ। ਉਸ ਵਕਤ ਇੱਕ ਪੰਜਾਬ ਸਟੇਟ ਦੀ ਧਰਤੀ ਦੇ ਕੇ ਉਸ ਪ੍ਰਧਾਨ ਮੰਤਰੀ ਨੇ ਇਹ ਮੰਡੀਕਰਨ ਦੀ ਜਿਹੜੀ ਸੁਵਿਧਾ ਹੈ MSP ਦੀ, ਤਾਂ ਇਹ ਲਾਗੂ ਕੀਤੀ ਸੀ ਵੀ ਇਹ ਲੋਕ ਮਿਹਨਤੀ ਨੇ। ਅਸੀਂ ਉਹੀ ਨਹੀਂ ਇੰਨੇ ਕੁ ਕਾਮਯਾਬ ਹੋਏ, 20-20 ਘੰਟੇ ਅਸੀਂ ਨੇ ਕੰਮ ਕੀਤਾ, 24 ਘੰਟਿਆਂ 'ਚੋਂ 20-20 ਘੰਟੇ। ਇਹ ਅੱਜ ਕਹਿੰਦਾ 26 ਜਨਵਰੀ ਦੇ ਭਾਸ਼ਣ ਦੇ ਵਿੱਚ ਪ੍ਰਧਾਨ ਮੰਤਰੀ ਉਹਦੇ ਬੋਲ ਰਿਹਾ ਸੀ, ਕਹਿੰਦਾ ਪੂਰਬ ਕੀ ਔਰ ਪੱਛਮ ਕੀ ਔਰ, ਕਹਿੰਦਾ ਪੰਜਾਬ ਦਾ ਬਹੁਤ ਅੰਤਰ ਪੈ ਗਿਆ। ਇਹ ਅੰਤਰ ਐਵੇਂ ਨਹੀਂ, ਇਹ ਅੰਤਰ ਕੋਈ ਮਿਹਨਤ ਤੀ, ਇਹ ਉਹੀ ਅੰਤਰ ਨਹੀਂ ਪਿਆ। ਇਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ। ਇਹ ਸਾਨੂੰ ਅੱਜ ਇੱਕ ਗਰੀਬੀ ਮੇਰੀ ਨੂੰ ਇਹ ਜਿਵੇਂ ਕਹਿੰਦਾ ਵੀ ਤੁਹਾਨੂੰ ਉਹਨਾਂ ਵਰਗੇ ਕਰ ਦੂੰ, ਆਏ ਵਾਲੇ ਹੋਣੀ, ਇਹਨਾਂ ਨੂੰ ਮੁੱਚ ਲੈਣਾ ਜਾਣਾ ਚਾਹੀਦਾ। ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਇਹ ਕਿੱਥੇ ਗੱਲ ਵਗੀ, ਇਹ ਬਹੁਤ ਘਾਤਕ ਸਾਬਤ ਹੋਊਗੀ। ਤੇ ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾ ਸੀ ਇਹ ਗੁਲਾਮ ਹੋਣ ਵਾਲੀ ਇਹ ਸਟੇਟ ਨਹੀਂ, ਇਹ ਲੋਕ ਇਹ ਕਿਸਾਨ ਨਹੀਂ, ਚਾਹੇ ਪੰਜਾਬ ਦਾ ਚਾਹੇ ਹਰਿਆਣੇ ਦਾ। ਸੋ ਇਹ ਬਹੁਤ ਗਲਤ ਗੱਲ ਹੈ। ਅੱਜ ਸੜਕਾਂ 'ਤੇ ਇੰਨੀ ਠੰਡ ਦੇ ਵਿੱਚ 3 ਟੈਂਪਰੇਚਰ ਦੇ ਵਿੱਚ 3 ਡਿਗਰੀ ਦੇ ਵਿੱਚ ਸੜਕਾਂ 'ਤੇ ਪਏ ਨੇ ਬਜ਼ੁਰਗ ਬੱਚੇ, ਰੋਜ਼ ਇੱਕ ਮੌਤ ਹੋਣ ਲੱਗੀ।
ਠੰਡ ਦੀ ਮਾਰ ਕਿਸੇ ਦੀ ਕਿਵੇਂ ਹੁੰਦੀ ਹੈ, ਇੱਕ ਮੌਤ ਰੋਜ਼ਾਨਾ ਹੋ ਰਹੀ ਹੈ। ਸੋ ਇਸ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ। ਜੇ ਕੱਲ੍ਹ ਨੂੰ ਫਿਰ ਤਾਂ ਸਮਝੇ ਨਾ ਸਮਝੇ, ਜੇ ਜਿਹੜੀ ਕੋਈ ਗੱਲ ਕੋਈ ਕਿੱਧਰ ਨੂੰ ਕੀ ਗੱਲਾਂ ਹੋ ਜਾਂਦੀਆਂ ਹੁੰਦੀਆਂ ਨੇ, ਬਹੁਤ ਵੱਡਾ ਨੁਕਸਾਨ ਹੈ। ਸਾਡੀ ਇਹੀ ਕਹਿਣਾ ਹੈ, ਇਹ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਨੂੰ ਅੰਦਰ ਸਾਡੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਕਿਸਾਨੀ ਦੀਆਂ। ਨਹੀਂ ਇਹ ਸੰਘਰਸ਼ ਰੁਕਣ ਵਾਲਾ ਨਹੀਂ। ਜੇ ਕਹਿਣਗੇ ਜ਼ਬਰਦਸਤੀ ਦਬਾ ਲਾਂਗੇ, ਕੋਈ ਨਹੀਂ ਜ਼ਬਰਦਸਤੀ ਦਬੂਗਾ, ਇਹ ਦਬੂਗਾ ਨਹੀਂ ਸੰਘਰਸ਼, ਇਹ ਵਧੂਗਾ। ਇਹ ਦਬੂਗਾ ਨਹੀਂ ਸੰਘਰਸ਼, ਇਹ ਵਧੂਗਾ। ਆ ਪਿੱਛੇ ਨੌਜਵਾਨ ਵੀ ਖੜੇ ਨੇ, ਹੱਥਾਂ ਦੇ ਵਿੱਚ ਇਹਨਾਂ ਦੇ ਬੈਨਰਸ ਫੜੇ ਹੋਏ ਨੇ ਜੋ ਕਾਫੀ ਕੁਝ ਬਿਆਨ ਕਰਦੇ ਨੇ। ਤੇ ਇਹ 2-4 ਨੌਜਵਾਨ ਨਹੀਂ, ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਇੱਦਾਂ ਦੇ ਪੰਜਾਬ ਤੇ ਹਰਿਆਣੇ ਦੇ ਨੌਜਵਾਨ ਆਪ ਮੁਹਾਰਾ ਇੱਥੇ ਪਹੁੰਚੇ ਨੇ। ਕਿਸੇ ਪਾਰਟੀ, ਕਿਸੇ ਜਥੇਬੰਦੀ, ਕਿਸੇ ਧੜੇਬੰਦੀ ਵਾਸਤੇ ਨਹੀਂ, ਉਹ ਆਪਣੇ ਆਪ ਵਾਸਤੇ ਪਹੁੰਚੇ ਨੇ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਗਰ ਉਹਨਾਂ ਨੇ ਆਪਣੀ ਹੋਂਦ ਬਚਾਣੀ ਹੈ, ਜੇ ਪੰਜਾਬ ਦੀ ਹਰਿਆਣੇ ਦੀ ਸ਼ਾਖ ਬਚਾਣੀ ਹੈ, ਤਾਂ ਅੱਜ ਉਹਨਾਂ ਨੂੰ ਘਰਾਂ ਤੋਂ ਬਾਹਰ ਆਉਣਾ ਪੈਣਾ ਹੈ। ਕੀ ਸੁਨੇਹਾ ਦਵੋਗੇ? ਦੇਖੋ ਜੀ, ਸਾਰਿਆਂ ਨੂੰ ਸਮਰਥਨ ਕਰਨਾ ਚਾਹੀਦਾ ਜੀ। ਜੇ ਆਪਾਂ ਹੁਣ ਨਾ ਖੜੇ ਫਿਰ ਆਪਣੇ ਕੋਲ ਪਿੱਛੇ ਕੁਝ ਰਹਿ ਵੀ ਨਹੀਂ ਜਾਣਾ ਜੀ। ਇਦੋਂ ਬਾਅਦ ਜੇ ਪੈਲੀਆਂ ਵੀ ਨਾ ਰਹੀਆਂ, ਉਹਦੇ ਪਿੱਛੇ ਕੁਝ ਨਹੀਂ ਰਹਿਣਾ ਆਪਣੇ ਕੋਲ। ਸਾਰੇ ਆਪਣੇ ਪੰਜਾਬ ਜਾਂ ਪੂਰੇ ਇੰਡੀਆ ਦੇ ਲੋਕਾਂ ਨੂੰ ਇਹ ਬੇਨਤੀ ਹੈ ਜੀ, ਵੱਧ ਤੋਂ ਵੱਧ ਇੱਥੇ ਪਹੁੰਚੋ ਜੀ ਤੇ ਸ਼ਾਂਤਮਈ ਢੰਗ ਨਾਲ ਰਹੋ ਜੀ। ਸ਼ਾਂਤਮਈ ਢੰਗ ਨਾਲ ਰਹੋ। ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਤੁਸੀਂ ਵੀ ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ। ਇਹ ਬੈਨਰ ਕਿੱਦਾਂ ਜ਼ਿਹਨ ਦੇ ਵਿੱਚ ਆਇਆ ਤੇ ਕਿਉਂ ਲਿਖਿਆ? ਕਿਉਂਕਿ ਗੋਦੀ ਮੀਡੀਆ ਨੇ ਬੜੀਆਂ ਨਿਊਜ਼ ਫਲੈਸ਼ ਕੀਤੀਆਂ ਸੀ, ਤਾਂ ਕਰਕੇ ਜਿਹੜੇ ਦਿਖਾਉਂਦੇ ਸੀ ਕਿ 3 ਫੁੱਟੀ ਮੁੰਡੇ ਨੇ ਹੱਥ 'ਚ ਸਰਦਾਰ ਨੇ ਫੜੀ ਆ ਤੇ ਅੱਤਵਾਦੀ ਆ ਗਿਆ। ਹਾਂਜੀ ਹਾਂਜੀ, ਇਹ ਦਿਖਾ ਰਹੇ ਸੀ ਗੋਦੀ ਮੀਡੀਆ ਕਿ ਹਰ ਕਿਸੇ ਨੂੰ ਅੱਤਵਾਦੀ ਕਹਿ ਰਹੇ ਸੀਗੀ। ਇਸ ਤਾਂ ਕਰਕੇ ਲੈ ਕੇ ਆਏ ਕਿ ਇਹ ਅੱਤਵਾਦੀ ਨਹੀਂ ਹੈਗੇ, ਜਿੰਨੇ ਵੀ ਨੇ ਸਾਰੇ ਹੱਕ ਆਪਦਾ ਲੈਣ ਵਾਸਤੇ ਖੜੇ ਨੇ। ਬਿਲਕੁਲ ਜੀ ਬਿਲਕੁਲ। ਅਗਰ ਅੱਤਵਾਦੀਆਂ ਦੀ ਗੱਲ ਕਰਦੇ ਹੋ ਤਾਂ ਫਿਰ ਅੱਜ ਕੱਲ੍ਹ ਤਾਂ ਆਰਮੀ ਦੀਆਂ ਡਰੈਸਿਸ ਪਾ ਕੇ ਇੱਦਾਂ ਦੇ ਹੀ ਨੌਜਵਾਨ ਬਹੁਤ ਸਾਰੀਆਂ ਫੋਟੋਜ਼ ਵਾਇਰਲ ਕਰ ਰਹੇ ਨੇ ਕਿ ਮੇਰਾ ਬਾਪੂ ਗਿਆ ਹੋਇਆ ਹੈ ਮੋਰਚੇ ਤੇ। ਜੇ ਉਹ ਅੱਤਵਾਦੀ ਹੈ ਤਾਂ ਮੈਂ ਵੀ ਅੱਤਵਾਦੀ ਹਾਂ। ਤੇ ਮੈਂ ਇਹ ਗੱਲ ਸਰੇਆਮ ਕਹਾਂਗਾ ਕਿ ਜੇਕਰ ਆਪਣੇ ਹੱਕ ਮੰਗਣੇ ਅੱਤਵਾਦ ਹੈ ਨਾ, ਤਾਂ ਸਭ ਤੋਂ ਵੱਡਾ ਅੱਤਵਾਦੀ ਤਾਂ ਫਿਰ ਮੈਂ ਹੀ ਹਾਂ। ਕਿਉਂਕਿ ਮੈਂ ਸੱਚਾਈ ਤੇ ਇਮਾਨਦਾਰੀ ਦੇ ਨਾਲ ਹਿੱਕ ਠੋਕ ਕੇ ਮੀਡੀਆ ਦੇ ਸਹਾਰੇ ਦੇ ਨਾਲ ਤੁਹਾਡੇ ਤੋਂ ਆਪਣੇ ਹੱਕ ਮੰਗ ਰਿਹਾ ਹਾਂ। ਤੇ ਉਹ ਮੀਡੀਆ ਜੋ ਆਪਣੇ ਆਪ ਨੂੰ ਪੰਥਕ ਕਹਾਉਂਦਾ, ਉਹ ਮੀਡੀਆ ਜੋ ਨੈਸ਼ਨਲ ਕਹਾਉਂਦਾ ਹੈ, ਜਿਹੜਾ ਆਪਣੀ ਜ਼ਮੀਰ ਵੇਚ ਚੁੱਕਿਆ ਹੈ, ਜੋ ਮੋਦੀ ਦੀ ਗੋਦੀ ਤੇ ਬਹਿ ਕੇ ਸਿਰਫ ਉਹੀ ਗੁਣਗਾਨ ਕਰਦਾ ਹੈ ਤਾਂ ਕਿ ਆਵਾਮ ਨੂੰ ਬੇਵਕੂਫ ਬਣਾਇਆ ਜਾ ਸਕੇ, ਆਵਾਮ ਨੂੰ ਉਸ ਕੁਰਾਹੇ ਪਾਇਆ ਜਾ ਸਕੇ, ਤਾਂ ਜੋ ਇਹ ਆਵਾਮ, ਆਹ ਨੌਜਵਾਨ ਪੀੜ੍ਹੀ ਆਉਣ ਵਾਲੇ ਮੁੜ 50 ਸਾਲਾਂ ਤੱਕ ਆਜ਼ਾਦ ਹੋਣ ਦੇ ਬਾਵਜੂਦ ਗੁਲਾਮ ਬਣ ਜਾਵੇ। ਅਸੀਂ ਉਹ ਨਹੀਂ ਹੋਣ ਦੇਵਾਂਗੇ। ਤੇ ਇਹ ਕਿਸਾਨ ਜਥੇਬੰਦੀ ਦੇ ਆਗੂ ਜਿਹੜੇ ਅੱਗੇ ਲੱਗੇ ਹੋਏ ਨੇ, ਜਿਹੜੇ ਅਗਵਾਈ ਕਰ ਰਹੇ ਨੇ, ਸਲਾਮ ਹੈ ਉਹਨਾਂ ਨੂੰ ਕਿ ਉਹ ਡਟੇ ਹੋਏ ਨੇ, ਉਹ ਆਪਣੀਆਂ ਮੰਗਾਂ ਨਾਲ ਜੁੜੇ ਹੋਏ ਨੇ, ਅਟਲ ਨੇ। ਪਰ ਇਹ ਯਾਦ ਰੱਖਣਾ, ਜੇਕਰ ਤੁਹਾਡੇ ਤੋਂ ਕਿਤੇ ਵੀ ਕੁਤਾਹੀ ਹੋ ਗਈ, ਚੂਕ ਹੋ ਗਈ, ਤਾਂ ਆਹ ਆਵਾਮ ਨੇ ਤੁਹਾਨੂੰ ਬਖਸ਼ਣਾ ਨਹੀਂ, ਨਾ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਸੇ ਨੇ ਬਖਸ਼ਣਾ ਹੈ। ਕਿਉਂਕਿ 50 ਸਾਲ ਪਿੱਛੇ ਤੁਸੀਂ ਫਿਰ ਪੰਜਾਬ ਨੂੰ ਸੁੱਟ ਦੋਗੇ। ਇਹਨਾਂ ਨੌਜਵਾਨਾਂ ਦਾ ਹੌਸਲਾ ਤੁਸੀਂ ਤੋੜੋਗੇ, ਜ਼ਿੰਮੇਵਾਰ ਤੁਸੀਂ ਹੋਵੋਗੇ, ਗਲਤੀ ਚਾਹੇ ਇੱਕ ਦੀ ਹੋਊਗੀ। ਇਸ ਲਈ ਕਿਸਾਨ ਜਥੇਬੰਦੀਆਂ ਦੇ ਆਗੂ ਜੋ ਮੋਢੀ ਬਣ ਕੇ ਅੱਗੇ ਲੱਗੇ ਹੋਏ ਨੇ, ਜੋ ਕੇਂਦਰ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਨੇ, ਜੋ ਅੱਗੇ ਸੁਨੇਹਾ ਇਹਨਾਂ ਨੌਜਵਾਨਾਂ ਤੱਕ ਪਹੁੰਚਾ ਰਹੇ ਨੇ ਕਿ ਤੁਸੀਂ ਕੀ ਕਰਨਾ ਤੇ ਕੀ ਰਣਨੀਤੀ ਹੈ। ਜੇ ਕਿਤੇ ਇਹਨਾਂ ਨੂੰ ਰਣਨੀਤੀ ਸਮਝਾਉਂਦੇ ਤੁਸੀਂ ਆਪ ਇਸ ਗੰਦੀ ਰਾਜਨੀਤੀ ਦੇ ਧੱਕੇ ਚੜ ਗਏ, ਤਾਂ ਇਹ ਸੋਚ ਲਿਓ ਕਿਸੇ ਨੇ ਤੁਹਾਨੂੰ ਮੁਆਫ ਨਹੀਂ ਕਰਨਾ। ਤੇ ਜਿਹੜੇ ਘਰਾਂ ਦੇ ਵਿੱਚ ਬੈਠੇ ਇਹ ਸੋਚ ਰਹੇ ਨੇ ਨਾ ਕਿ ਮੋਰਚੇ ਤੇ ਤਾਂ ਲੱਖਾਂ ਪਹੁੰਚੇ ਹੋਏ ਨੇ, ਸਾਡੇ ਪਹੁੰਚਣ ਦਾ ਕੀ ਫਰਕ ਪੈਣਾ, ਮੈਂ ਪਹਿਲਾਂ ਵੀ ਕਿਹਾ ਆ, ਫਰਕ ਕੋਈ ਨਹੀਂ ਪੈਣਾ। ਫਰਕ ਸਿਰਫ ਇੰਨਾ ਪੈਣਾ ਜਦੋਂ ਤੁਹਾਡੀਆਂ ਪੀੜ੍ਹੀਆਂ ਨੇ ਤੁਹਾਨੂੰ ਪੁੱਛਣਾ ਨਾ ਕਿ 2020 ਦੇ ਵਿੱਚ ਜਦੋਂ ਦਿੱਲੀ ਦੀ ਹਿੱਕ ਘੇਰੀ ਸੀ, ਇਤਿਹਾਸ ਲਿਖਿਆ ਗਿਆ ਸੀ, ਬਾਪੂ ਸਾਡੇ ਟੱਬਰ 'ਚੋਂ ਕਿਹੜਾ ਗਿਆ ਸੀ, ਤੁਹਾਡੇ ਕੋਲ ਜਵਾਬ ਨਹੀਂ ਹੋਣਾ। ਉਹ ਲਾਹਣਤਾਂ ਤੁਸੀਂ ਸਾਰੀ ਉਮਰ ਫਿਰ ਸਹਿਣੀਆਂ ਨੇ। ਹੁਣ ਫੈਸਲਾ ਤੁਸੀਂ ਕਰ ਲਓ, ਮੋਰਚੇ ਤੇ ਜਾਣਾ ਹੈ ਜਾਂ ਘਰੇ ਬਹਿ ਕੇ ਰਜਾਈ ਦੇ ਵਿੱਚ ਆਰਾਮ ਦੇ ਨਾਲ ਮੂੰਗਫਲੀ ਖਾਣੀ ਹੈ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਬਾਕੀ ਤੁਹਾਡੇ ਵਿੱਚੋਂ ਕਿਸੇ ਨੇ ਕੁਝ ਕਹਿਣਾ ਹੈ, ਕੋਈ ਬੋਲਣਾ ਚਾਹੁੰਦਾ ਹੈ, ਕੋਈ ਮੈਂ ਸੁਨੇਹਾ ਦੇਣਾ ਚਾਹੁੰਦਾ ਹੈ? ਚਲੋ ਜੀ, ਬੋਲੇ ਸੋ ਨਿਹਾਲ। ਹੋਰ ਅਪਡੇਟਸ ਦੇਦੇ ਰਹਾਂਗੇ, ਬਣੇ ਰਹੋ ਗੁਰਬਾਣੀ ਅਖੰਡ ਬਾਣੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।